ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 12ਵੀਂ ਪਾਠ ਦੂਜਾ। ਪਿੱਛੇ ਆਪਾਂ ਸ਼ਲੋਕ ਦੇ ਨਾਲ ਇੱਕ ਪਦਾ ਵਿਚਾਰਿਆ ਸੀ। ਪਿੱਛੇ ਤੋਂ ਐਵੇਂ ਆਪਾਂ ਵਿਚਾਰਦੇ ਹਾਂ, ਉਹਨੇ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਗੁਰਚਰਨ ਭਾਵ ਬਾਣੀ ਸ਼ਬਦ ਦਾ ਗਿਆਨ, ਇਹਦੇ ਨਾਲ ਸਾਰੀ ਆਪਾਂ ਨੂੰ ਇਹ ਖੇਲ ਸਮਝ ਆਉਣੀ ਹੈ। ਬਾਣੀ ਆਪਾਂ ਨੂੰ ਨਿਰਾਕਾਰ ਭਾਵ ਆਕਾਰ ਤੋਂ ਰਹਿਤ, ਜੋ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਉਹਦਾ ਗਿਆਨ ਕਰਾ ਰਹੀ ਹੈ। ਉਹੀ ਤਾਂ ਆਪਾਂ ਲੈਣ ਆਏ ਹਾਂ। ਉਹ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣ ਆਏ ਜੀਓ, ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਦੁੱਖਾਂ ਤੋਂ ਛੁਟਕਾਰਾ ਪਾਉਣਾ ਭਾਈ। ਆਪਾਂ ਇੱਥੇ ਦੂਏ ਪਦੇ ਦੀ ਵਿਚਾਰ ਸ਼ੁਰੂ ਕਰੀਏ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ। ਧਨਵੰਤਾ ਹੋਏ ਕਰ ਗਰਵਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਸਤਿਗੁਰਾਂ ਨੇ ਪਿੱਛੇ ਵੀ ਆਪਾਂ ਨੂੰ ਸਮਝਾਇਆ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਹੰਕਾਰ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ। ਜੋ ਵੀ ਸੰਸਾਰੀ ਰੁਤਬੇ, ਬੜੇ ਬੜੇ ਰਾਜ ਪਾਠ, ਸੰਸਾਰ ਦੀਆਂ ਵਡਿਆਈਆਂ, ਸਾਨੂੰ ਉਹਦੇ ਨਸ਼ੇ 'ਚ ਪਤਾ ਹੀ ਨਹੀਂ ਲੱਗਦਾ। ਹੰਕਾਰ ਦੇ ਵਿੱਚ ਸਾਡਾ ਜੀਵਨ ਨਿਕਲ ਜਾਂਦਾ। ਸਤਿਗੁਰ ਸਮਝਾਉਂਦੇ ਆ ਨੌਵੇਂ ਪਾਤਸ਼ਾਹ, ਬਿਰਧ ਪਿਓ ਸੋਚੇ ਨਹੀਂ ਕਾਲ ਪਹੁੰਚਿਓ ਆਣ। ਇਹਨੂੰ ਸਮਾਂ ਆ ਜਾਂਦਾ ਭਾਈ। ਇੱਥੋਂ ਸਾਡੇ ਨਾਲ ਕੁਛ ਵੀ ਨਹੀਂ ਜਾਂਦਾ। ਤ੍ਰਿਣ ਸਮਾਨ ਕਾ ਸੰਗ ਨਾ ਜਾਵੇ, ਤਿਲ ਜਿੰਨੀ ਵੀ ਚੀਜ਼ ਸਾਡੇ ਨਾਲ ਨਹੀਂ ਜਾਂਦੀ। ਫਿਰ ਕਾਹਦਾ ਹੰਕਾਰ ਕੀਤਾ ਅਸੀਂ, ਕੀ ਖੱਟਿਆ ਦੇ ਵਿੱਚੋਂ, ਸਾਨੂੰ ਪਤਾ ਹੀ ਨਹੀਂ ਲੱਗਿਆ। ਸਾਡਾ ਜੀਵਨ ਸਾਰਾ ਐਂ ਚਲਿਆ ਗਿਆ। ਉਹੀ ਸਤਿਗੁਰ ਸਮਝਾਉਂਦੇ ਨੇ, ਧਨਵੰਤਾ ਹੋਈ ਕਰ ਗਰਵਾਵੈ। ਕਾਹਦਾ ਗਰਵ ਕਰਦਾ ਹੈ ਭਾਈ। ਤਿਲ ਜਿੰਨੀ ਵੀ ਚੀਜ਼ ਆਪਾਂ ਇੱਥੋਂ ਚੱਕ ਨਹੀਂ ਸਕਦੇ। ਧਰਮ ਕਰਮ ਪਖੰਡ ਜੋ ਦੀਸੇ, ਜੰਮ ਜਗਾਤੀ ਲੂਟੇ, ਇੱਥੇ ਸਾਰਾ ਕੁਝ ਖੋਹ ਲੈਂਦੇ ਨੇ। ਇਹ ਖਰ ਕੇ ਨਾਮ ਬਿਨ ਅੱਗੇ ਲਈਏ ਖੋ। ਮਾਇਆ ਸਰੀਰ ਇੱਥੇ ਖੋਇਆ ਜਾਂਦਾ, ਅੱਗੇ ਕੀ ਖੋਇਆ ਜਾਂਦਾ। ਇਹਨੂੰ ਵਿਚਾਰ ਕਰੀਏ ਆਪਾਂ। ਸਭੇ ਬੁੱਧੀ ਜਾਲੀਏ ਰਹੀਏ ਤਤ ਗਿਆਨ। ਸਭੇ ਬੁੱਧੀ ਜਾਲੀਏ ਰਹੇ ਤਤ ਗਿਆਨ। ਬੁੱਧੀ ਦੀ ਪ੍ਰੀਖਿਆ ਹੈ ਭਾਈ ਅੱਗੇ। ਜੇ ਤਾਂ ਆਪਾਂ ਹਰ ਨਾਮ ਦੀ ਪ੍ਰਾਪਤੀ ਕੀਤੀ, ਜਿਵੇਂ ਸਾਰੇ ਧਰਮ ਕਹੀ ਜਾਂਦੇ, ਨਾਮ ਜਪੋ ਭਾਈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪਰ ਪਰਮਾਤਮਾ ਦਾ ਸਰੀਰ ਹੀ ਨਹੀਂ, ਨਾਮ ਕਿਵੇਂ ਜਪਾਂਗੇ। ਨਾਮ ਤਾਂ ਇੱਕ ਪਹਿਚਾਣ ਖਾਤਰ ਆਪਾਂ ਨੂੰ, ਜਿਹੜੇ ਸਰੀਰਾਂ ਦੇ ਨਾਂ ਦਿੱਤੇ ਗਏ ਨੇ ਸੰਸਾਰ 'ਚ ਮਾਇਆ ਦੀ, ਇੱਕ ਪਹਿਚਾਣ ਖਾਤਰ ਨੇ। ਦਸਮ ਪਾਤਸ਼ਾਹ ਜਾਪ ਸਾਹਿਬ ਸਮਝਾਉਂਦੇ ਨੇ, ਨਮਸਤਮ ਨਿਰਨਾਮੇ। ਇਹਦੀ ਦੇਹੀ ਨਹੀਂ, ਉਹਦਾ ਫਿਰ ਕੀ ਨਾਮ ਹੈ। ਉਹਦੇ ਗੁਣ ਨੇ। ਗੁਣਾਂ ਬਾਰੇ ਆਪਾਂ ਨੂੰ ਬਾਣੀ ਅਧਿਐਨ ਕਰਾ ਰਹੀ ਹੈ। ਆਪਾਂ ਗਹਿਰਾਈ ਨਾਲ ਇਹਨੂੰ ਸੁਣਨਾ, ਵਿਚਾਰਨਾ। ਉਹ ਗੁਣਾਂ ਦੀ ਭਗਤੀ ਹੈ ਭਾਈ। ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਪਰ ਹੰਕਾਰ ਦੇ ਵਿੱਚ ਆਪਣਾ ਜੀਵਨ ਨਹੀਂ ਚਲੇ ਜਾਂਦਾ। ਸਤਿਗੁਰ ਸਮਝਾਉਂਦੇ ਨੇ, ਗੁਣਾ ਗਵਾਈ ਗਠੜੀ ਔਗਣ ਚੱਲੀ ਬਨ। ਅਸੀਂ ਇੱਕ ਦੂਏ ਨੂੰ ਦੇਖਦੇ ਰਹਿੰਦੇ ਹਾਂ, ਸਾਡੇ ਅੰਦਰ ਹੰਕਾਰ ਵੱਧਦਾ ਰਹਿੰਦਾ ਵਾ। ਮਾਇਆ ਦੇ ਵਿੱਚ ਐਵੇਂ ਹੀ ਚੱਲਦਾ ਵਾ। ਮਾਇਆ ਤੋਂ ਕਿਵੇਂ ਪਾਰ ਅਸੀਂ ਜਾਵਾਂਗੇ, ਸਾਡਾ ਧਿਆਨ ਕਿਵੇਂ ਟੁੱਟੂ ਮਾਇਆ ਤੋਂ। ਗਿਆਨ ਨਾਲ, ਜਿਵੇਂ ਸੰਸਾਰੀ ਕੰਮ ਵੀ ਅਸੀਂ ਕਰਦੇ ਹਾਂ, ਉਹਦੀ ਖਾਤਰ ਵੀ ਸਾਨੂੰ ਗਿਆਨ ਚਾਹੀਦਾ ਵਾ। ਜਿਹੋ ਜਿਹਾ ਗਿਆਨ ਹੁੰਦਾ, ਉਹਨਾਂ ਸੂਝਵਾਨ ਅਸੀਂ ਕੰਮ ਕਰ ਲੈਂਦੇ ਹਾਂ। ਇਵੇਂ ਗੁਰਸ਼ਬਦ 'ਚੋਂ ਜਿਹੜਾ ਸਾਨੂੰ ਗਿਆਨ ਪੈਦਾ ਹੁੰਦਾ, ਫਿਰ ਸਾਡਾ ਹੰਕਾਰ ਜਾਂਦਾ ਹੈ। ਸਤਿਗੁਰ ਤਾਂ ਐਂ ਸਮਝਾਉਂਦੇ, ਆਸਾ ਦੀ ਵਾਰ 'ਚ ਵੀ ਬਹੁਤ ਵੱਡਾ ਰੋਗ ਹੈ ਭਾਈ। ਇਹਨੂੰ ਹਉਮੈ ਦੀਰਘ ਰੋਗ ਹੈ, ਦਾਰੂ ਬੀਸ ਬਾਹੇ। ਵੱਡਾ ਰੋਗ ਹੈ। ਦੀਰਘ ਤੋਂ ਭਾਵ ਵੱਡਾ। ਦਵਾਈ 'ਚ ਪਾਤੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਪਾਂ ਕਹਿੰਦੇ ਵੀ ਹਾਂ, ਸਰਬ ਰੋਗ ਕਾ ਔਖਦ ਨਾਮ। ਹਉਮੈ ਦੀਰਘ ਰੋਗ ਹੈ, ਦਾਰੂ ਬੀਸ ਮਾਹੇ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਜਦੋਂ ਕਿਰਪਾ ਰਹਿਮਤ ਹੁੰਦੀ ਹੈ ਕੁਦਰਤ ਦੀ, ਕਿਸੇ 'ਤੇ ਵੀ ਹੋ ਸਕਦੀ ਹੈ। ਜੋ ਜੋ ਜਪੇ ਤਿਸ ਕੀ ਗਤ ਹੋਏ। ਜੋ ਵੀ ਇਹਨੂੰ ਸਮਝਦਾ, ਹਰ ਕਥਾ ਨੂੰ ਵਿਚਾਰਦਾ ਵਾ, ਉਹਦੇ ਕਿਰਪਾ ਹੁੰਦੀ ਹੈ। ਜੋ ਜੋ ਜਪੇ ਤਿਸ ਕੀ ਗਤ ਹੋਏ, ਭਾਵ ਉਹਦੇ ਗਤੀ ਹੋ ਜਾਂਦੀ। ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ। ਉਹਦੀ ਬੁੱਧੀ ਦਾ ਵਿਕਾਸ ਹੋ ਜਾਂਦਾ ਵਾ। ਪਰ ਜੇ ਅਸੀਂ ਵਿਚਾਰਦੇ ਨਹੀਂ, ਬਾਣੀ ਨੂੰ ਸੁਣਦੇ ਹੀ ਨਹੀਂ, ਤਾਂ ਸਾਡਾ ਹੰਕਾਰ ਵੱਧਦਾ ਚਲਿਆ ਜਾਂਦਾ। ਜੇ ਵਿਚਾਰਦੇ ਹਾਂ ਤਾਂ ਹੰਕਾਰ ਘਟਦਾ ਵਾ। ਪੜ੍ਹ ਪੜ੍ਹ ਗੱਡੀ ਲੱਦੀ, ਉਹ ਵੀ ਸਮਝਾਇਆ ਸਤਿਗੁਰਾਂ ਨੇ ਆਪਾਂ ਨੂੰ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੀ ਸਾਸ, ਪੜ੍ਹੀਏ ਜੇਤੇ ਮਾਸ। ਨਾਨਕ ਲੇਖੇ ਕਲ ਜਿੰਨੇ ਮਰਜ਼ੀ ਪੜ੍ਹ ਲਓ, ਸਾਲ ਵਿਧੀ ਮਹੀਨੇ ਦਿਨ। ਪਰ ਲੇਖੇ ਤਾਂ ਇੱਕ ਗੱਲ ਹੀ ਹੈ, ਜਿਹੜੇ ਸਾਡੇ ਅੰਦਰ ਕਲਪਨਾ ਵਾ। ਹੁਣ ਦੋ ਤਰ੍ਹਾਂ ਦੇ ਹੁਕਮ ਨੇ। ਸਾਡੇ ਮਨਬੁੱਧੀ ਦਾ ਹੁਕਮ ਕਲਪਨਕ ਹੈ, ਉਹ ਸੰਸਾਰੀ ਹੈ, ਉਹੀ ਕਾਲ ਹੈ, ਉਹੀ ਤਾਂ ਕਲ ਜਾਊਗਾ। ਉਹੀ ਤਾਂ ਆਪਾਂ ਮਿਟਾਉਣਾ ਸੀਗਾ, ਉਹਦਾ ਤਾਂ ਤਿਆਗ ਕਰਨਾ ਸੀ ਆਪਾਂ। ਪਰ ਆਪਣੀ ਮਨਬੁੱਧੀ ਨੂੰ ਤਾਂ ਆਪਾਂ ਕਰ ਹੀ ਨਹੀਂ ਸਕਦੇ।
ਬਾਣੀ ਦਾ ਗਿਆਨ ਲੈਣਾ ਸੀ, ਗੁਰ ਕਾ ਸ਼ਬਦ ਦਾ ਗਿਆਨ ਲੈਣਾ ਸੀ। ਗੁਰ ਕਾ ਸ਼ਬਦ ਲਿਓ ਭਗਤ ਕਬੀਰ ਜੀ ਸਮਝਾਉਂਦੇ ਆ। ਇਹ ਆਪਾਂ ਕਮਾਈ ਕਰਨੀ ਹੈ। ਗੁਰ ਸ਼ਬਦ ਜਿਹੜਾ ਗਿਆਨ ਪੈਦਾ ਹੋਊਗਾ ਉਹਦੇ ਨਾਲ ਮਨ ਨੇ ਟਿਕਣਾ, ਮਨ ਨਹੀਂ ਤਾਂ ਸਾਡਾ ਜੀਵਨ ਐਵੇਂ ਹੀ ਚਲੇ ਜਾਣਾ। ਕੋਈ ਸਤਿਗੁਰ ਸਮਝਾਉਂਦੇ ਨੇ, ਧਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕਰ ਸੰਗ ਨਾ ਜਾਵੇ। ਤ੍ਰਿਣ ਜਿੰਨੀ ਸੀ ਸਾਡੇ ਨਾਲ ਨਹੀਂ ਜਾਣੀ, ਫਿਰ ਹੰਕਾਰ ਕਾਹਦਾ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਬਹੁ ਲਸਕਰ ਮਾਨੁਖ ਉੱਪਰ ਕਰੇ ਆਸ, ਭਲ ਭੀਤਰ ਤਾਂ ਕਾ ਹੋਏ ਨਾਸ। ਵੱਡੀਆਂ ਵੱਡੀਆਂ ਫੌਜਾਂ, ਲਸਕਰ, ਉਹਦਾ ਵੀ ਸਾਨੂੰ ਹੰਕਾਰ ਪੈਦਾ ਹੋ ਜਾਂਦਾ ਹੈ। ਭਾਈਆਂ ਦਾ, ਘਰ ਦਾ, ਦੌਲਤ ਦਾ, ਸੰਸਾਰੀ ਰੁਤਬਿਆਂ ਦਾ, ਰਾਜਪਾਟ ਦਾ, ਇਹ ਹੰਕਾਰ ਹੀ ਪੈਦਾ ਹੁੰਦਾ ਹੈ। ਇਹੀ ਕਾਲ ਹੈ ਭਾਈ, ਇਹ ਤੋਂ ਕਿਵੇਂ ਬਚਿਆ ਜਾਊ। ਇਹ ਸਾਰਾ ਕੁਛ ਅਸੀਂ ਤਾਂ ਬਣਾਇਆ ਨਹੀਂ, ਤਾਂ ਕੁਦਰਤ ਨੇ ਬਣਾਇਆ। ਜਿਹਨੇ ਬਣਾਇਆ ਉਹਦੇ ਅੱਗੇ ਬੇਨਤੀ ਕਰਨੀ ਪਊਗੀ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਹੈ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਦੇ ਗਿਆਨ ਦੇ ਸਾਡੇ 'ਤੇ ਕਿਰਪਾ ਕਰ, ਇਹ ਦੇਵ ਸਾਨੂੰ ਗਿਆਨ ਹੋ ਜੇ। ਗੁਰਦੇਵ ਤੋਂ ਭਾਵ ਗਿਆਨ ਦਾ ਦੇਵ, ਉਹ ਕਿੱਥੇ ਹੈ? ਸਾਡੇ ਅੰਦਰ ਹੀ ਹੈ। ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ, ਉਹਦੀ ਕਿਰਪਾ ਨੇ ਜੀਵਨ ਚੱਲ ਰਿਹਾ। ਉਹਦੀ ਕਿਰਪਾ ਨਾਲ ਹੀ ਅਸੀਂ ਇਹ ਪ੍ਰਾਪਤੀ ਕਰਨੀ ਹੈ। ਉਹ ਗੁਰਦੇਵ ਦੀ ਬਾਣੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਜਦੋਂ ਗੁਰਦੇਵ ਦਾ ਸਾਨੂੰ ਗਿਆਨ ਹੁੰਦਾ ਹੈ, ਫਿਰ ਅਸੀਂ ਉਹਦੇ ਗੁਣ ਗਾਉਂਦੇ ਹਾਂ। ਗੁਣ ਗਾਵਤ ਤੇਰੀ ਉਤਰ ਸਮੈਲ। ਜਦੋਂ ਅਸੀਂ ਕੁਦਰਤ ਦੇ ਗੁਣਾਂ ਬਾਰੇ ਵਿਚਾਰਦੇ ਹਾਂ, ਐਡੀ ਸ਼ਕਤੀ ਹੈ ਉਹ, ਫਿਰ ਸਾਡਾ ਹੰਕਾਰ ਚਲਿਆ ਜਾਂਦਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਕੀ ਤੇ ਆਸ ਕਰਦਾ ਹੈ ਭਾਈ, ਕਾਹਦਾ ਹੰਕਾਰ ਕਰਦਾ ਹੈ? ਲਸ਼ਕਰਾਂ ਦਾ, ਫੌਜਾਂ ਦਾ, ਇਹਨੂੰ ਸਮਾਪਤ ਹੋਣ ਨੂੰ, ਖਤਮ ਹੋਣ ਨੂੰ ਕਿੰਨਾ ਚਿਰ ਲੱਗਦਾ ਹੈ? ਭਲ ਭੀਤਰ ਤਾਕਾ ਹੋਏ ਵਿਨਾਸ਼। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਭ ਤੇ ਆਪ ਜਾਣੇ ਬਲਵੰਤ, ਖਿਨ ਮੈਂ ਹੋਈ ਜਾਏ ਪਸਵੰਤ। ਸਤਿਗੁਰ ਸਮਝਾਉਂਦੇ ਆ ਭਾਈ, ਜੋ ਆਪਦੇ ਆਪ ਨੂੰ ਬਹੁਤ ਬਲਵੰਤਕਾਰੀ ਮੰਨਦਾ ਹੈ, ਬੜਾ ਯੋਧਾ ਮੰਨਦਾ ਵਾ। ਪਸਵੰਤ ਤੋਂ ਭਾਵ ਸਰੀਰ, ਜਦੋਂ ਸਾਹ ਬੰਦ ਹੋ ਜਾਂਦਾ, ਸਾਡਾ ਹਾਰਟ ਚੱਲਣਾ ਬੰਦ ਹੋ ਜਾਂਦਾ, ਕੀ ਹੈ? ਮਿੱਟੀ ਹੈ ਭਾਈ। ਫਿਰ ਇਹਨੂੰ ਖਿਨ ਹੀ ਲੱਗਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਿਸੇ ਨਾ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜਿਹੜੇ ਕਿਸੇ ਦੀ ਨਹੀਂ ਸੁਣਦੇ, ਆਪਦੀ ਗੱਲ ਨੂੰ ਅੱਗੇ ਰੱਖਦੇ ਨੇ, ਆਪਦੇ ਆਪ ਨੂੰ ਵੱਡਾ ਮੰਨਦੇ ਨੇ, ਫਿਰ ਉਹਦੀ ਖੁਆਰੀ ਹੈ ਭਾਈ। ਧਰਮ ਰਾਏ ਤਿਸ ਕਰੇ ਖੁਆਰੀ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗੇ ਪ੍ਰਵਾਨ। ਤਾਂ ਭਾਈ ਆਪਾਂ ਨੂੰ ਦਰਗਾਹ 'ਚ ਪ੍ਰਵਾਨੀ ਮਿਲੂਗੀ, ਦਰਗਾਹ ਜਗ੍ਹਾ ਮਿਲੂਗੀ, ਦੇਵ ਲੋਕ ਭਾਵ ਸਾਡੀ ਫਿਰ ਭਗਤੀ ਸ਼ੁਰੂ ਹੋਊਗੀ। ਸਾਨੂੰ ਗੁਰ ਪ੍ਰਸਾਦ ਚਾਹੀਦਾ ਹੈ। ਗੁਰ ਪ੍ਰਸਾਦ ਤੋਂ ਭਾਵ ਗੁਰ ਸ਼ਬਦ ਦਾ ਗਿਆਨ, ਹਰ ਦਾ ਗਿਆਨ, ਆਪਦੇ ਮੂਲ ਦਾ ਗਿਆਨ। ਇਹ ਬਾਣੀ ਹਰ ਕਥਾ ਹੈ, ਹਰ ਕਥਾ ਨੂੰ ਵਿਚਾਰਾਂਗੇ ਜੋ ਗਿਆਨ ਪੈਦਾ ਹੁੰਦਾ ਹੈ, ਉਹ ਹੈ ਗੁਰ ਪ੍ਰਸਾਦ ਆਤਮਾ ਦੀ ਖੁਰਾਕ। ਜਾ ਕਾ ਮਿਟੇ ਅਭਿਮਾਨ, ਕਿਸੇ ਦਾ ਵੀ ਇਹਦੇ ਨਾਲ ਹੰਕਾਰ ਜਾ ਸਕਦਾ। ਕੋਈ ਵੀ ਕਿੱਡਾ ਵੱਡਾ ਰਾਜਾ ਵੀ ਹੋਵੇ, ਕਿੱਡੀ ਵੱਡੀ ਉੱਚੀ ਪਦਵੀ ਵੀ ਹੋਵੇ, ਪਰ ਜਦੋਂ ਉਹਦੀ ਕਿਰਪਾ ਰਹਿਮਤ ਹੁੰਦੀ ਆ, ਉਹ ਗੁਰ ਪ੍ਰਸਾਦ, ਗੁਰ ਸ਼ਬਦ ਦਾ ਗਿਆਨ, ਉਹਦੀ ਭਗਤੀ ਕਰਦਾ ਹੈ, ਤਾਂ ਉਹਦਾ ਹੰਕਾਰ ਚੱਲਿਆ ਜਾਂਦਾ ਹੈ। ਫਿਰ ਸਾਨੂੰ ਦਰਗਾਹ ਜਗ੍ਹਾ ਮਿਲਦੀ ਹੈ, 10ਵਾਂ ਦਵਾਰ ਸਾਡਾ ਖੁੱਲ੍ਹ ਜਾਂਦਾ, ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੇ ਸਗਲੇ ਵਰਤਾਰੇ। ਕਰੋੜਾਂ ਕਰਮ ਕਰਦੇ ਹਾਂ ਅਸੀਂ ਮਾਇਆ ਦੇ, ਉਹ ਚੋਂ ਕੀ ਪੈਦਾ ਹੁੰਦੀ ਹੈ? ਹਉਮੈ ਹੰਕਾਰ ਵੱਧ ਜਾਂਦਾ ਹੈ। ਤੀਰਥ ਵਰਤ ਔਰ ਦਾਨ ਕਰ, ਮਨ ਮੇ ਤਰੇ ਗੁਮਾਨ, ਸਭ ਨੇਫਲ ਜਾਤ ਹੈ ਜਿਉ ਕੂਚਰ ਸਨਾਨ। ਉਹਨਾਂ 'ਚੋਂ ਕੀ ਸਾਨੂੰ ਮਿਲਿਆ? ਹੰਕਾਰ। ਹਾਥੀ ਵਾਲਾ ਨਹਾਉਣ ਵਾਲਾ ਕੰਮ ਭਾਈ, ਹਾਥੀ ਨੂੰ ਨਮਾਵੇ ਦੇਈ ਉਹਨੇ, ਪਰ ਲਿਬੜਨਾ ਤਾਂ ਮਿੱਟੀ 'ਚ ਹੈ, ਖੇਚ ਹੈ। ਇਵੇਂ ਸਤਿਗੁਰ ਸਮਝਾਉਂਦੇ ਆ, ਕੋਟ ਕਰਮ ਕਰੇ ਹਉ ਧਾਰੇ। ਫਿਰ ਵੀ ਅਸੀਂ ਕਰਦੇ ਹਾਂ, ਜਿੰਨੇ ਕਰਮ ਧਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਹਟ ਜੋਗ, ਤਪ ਜੋਗ, ਉਹ 'ਚੋਂ ਗਿਆਨ ਤਾਂ ਹੁੰਦਾ ਨਹੀਂ, ਹੰਕਾਰ ਜ਼ਰੂਰ ਪੈਦਾ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਸ਼ਰਮ ਪਾਵੇ ਸਗਲੇ ਵਿਰਤਾਰੇ। ਜਿੰਨੇ ਵੀ ਉਦਮ ਕਰਮ ਕੀਤੇ ਸਾਡੇ ਵਿਰਥਾਰੇ, ਬਿਰਥੇ ਚਲੇ ਜਾਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਸੰਸਾਰੀ ਤਪੱਸਿਆ ਆ ਗਈਆਂ, ਆਪਾਂ ਦੇਖਦੇ ਹਾਂ ਜੀ, ਇਹ ਤਪੋਬਣ ਆ ਗਿਆ ਜੀ, ਫਲਾਨਾ ਜੀ, ਉੱਥੇ ਸਰੀਰ ਕਰਕੇ ਭਗਤੀਆਂ ਕਰਦੇ ਨੇ ਸਾਧ। ਉਹ ਸਰੀਰ ਦੀ ਭਗਤੀ ਨਹੀਂ ਭਾਈ, ਇਹ 'ਚੋਂ ਤਾਂ ਹੰਕਾਰ ਪੈਦਾ ਹੁੰਦਾ ਵਾ। ਭਗਤੀ ਤਾਂ ਮਨ ਦੀ ਹੈ, ਮਨ ਦੀ ਸਮਾਧ ਲਾਉਣੀ ਹੈ, ਮਨ ਨੂੰ ਟਿਕਾਉਣਾ, ਸਰੀਰ ਨੂੰ ਟਿਕਾਈ ਜਾਂਦੇ। ਸਰੀਰ ਵੀ ਨਹੀਂ ਟਿਕਦਾ ਹੈਗਾ, ਸਰੀਰ ਅੰਦਰ ਸਾਡੇ ਮਾਇਆ ਦੀ ਖੇਲ ਚੱਲ ਰਹੀ ਹੈ। ਖੂਨ ਦਾ ਦੌਰਾ ਹੋ ਰਿਹਾ, ਫੇਫੜੇ ਚੱਲਦੇ ਨੇ, ਸਾਹ ਲੈਂਦੇ ਨੇ, ਲੀਵਰ ਸਾਰਾ ਕੰਮ ਕਰ ਰਿਹਾ ਵਾ, ਅੰਦਰੋਂ ਪਾਣੀ ਦੀ ਆਵਾਜ਼ ਆ ਰਹੀ ਹੈ ਜਿਹੜੀ, ਥਿਰ ਕਿਵੇਂ ਹੋ ਗਿਆ ਇਹ? ਪਰ ਫਿਰ ਵੀ ਅਸੀਂ ਨਹੀਂ ਹਟਦੇ। ਉਹੀ ਸਤਿਗੁਰ ਸਮਝਾਉਂਦੇ ਨੇ,
ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਫਿਰ ਜੰਮਣ ਨੂੰ ਚਲੇ ਜਾਂਦੇ ਹਾਂ, ਅਵਤਾਰ ਤੋਂ ਭਾਵ ਫਿਰ ਜਨਮ ਲਈ ਜਾਂਦੇ ਹਾਂ। ਤਪੱਸਿਆ 'ਚੋਂ ਕੀ ਮਿਲਿਆ ਸਾਨੂੰ? ਹੰਕਾਰ। ਤਪੱਸਿਆ ਕੀ ਹੁੰਦੀ ਹੈ? ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਜਦੋਂ ਪ੍ਰਭ ਦਾ ਸਿਮਰਨ ਭਾਵ ਸਾਨੂੰ ਸੋਝੀ ਮਿਲਦੀ ਹੈ ਗੁਰ ਸ਼ਬਦ 'ਚੋਂ ਗਿਆਨ, ਜਪ ਉਹਨੂੰ ਵਿਚਾਰਦੇ ਹਾਂ ਅਸੀਂ। ਜਪ ਤੋਂ ਭਾਵ ਵਿਚਾਰਨਾ। ਤਪ ਹੁੰਦਾ ਮਨ ਨੂੰ ਘੂਰ ਕੇ ਰੱਖਣਾ, ਮਨ 'ਤੇ ਪਹਿਰਾ ਦੇਣਾ, ਬੁਰਾਈਆਂ ਕਰਨੀਆਂ ਮਨ ਨੂੰ ਰੋਕ ਕੇ ਰੱਖਣਾ। ਫਿਰ ਕਿਤੇ ਸਾਡਾ ਜੀਵਨ ਸਫਲ ਹੁੰਦਾ ਹੈ। ਮਨ ਸਾਡਾ ਖੁੱਲ੍ਹਾ ਛੱਡਿਆ, ਸਰੀਰ ਕਰਕੇ ਸਮਾਧੀ ਲਾ ਲੈਂਦੇ, ਪਿੱਛੇ ਤੋਂ ਐਂ ਚੱਲਦਾ ਆਇਆ। ਖੱਟਿਆ ਕੀ? ਦੇਖਦੇ ਹੋ ਸੰਸਾਰ ਦਾ ਕੀ ਹਾਲ ਹੈ, ਵਿਆਕਲ ਹੋਇਆ ਫਿਰਦਾ। ਨਾਮ ਤੋਂ ਬਿਨਾਂ ਆਹੀ ਹਾਲ ਰਹੂਗਾ, ਕਦੇ ਵੀ ਮਨ ਸ਼ਾਂਤ ਨਹੀਂ ਹੋ ਸਕਦਾ। ਸਾਰਾ ਸੰਸਾਰ ਹੀ ਵਿਆਕਲ ਰਹੂਗਾ। ਕਹਿੰਦੇ ਵੀ ਹੈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਵੇ। ਇਹਦੇ ਨਹੀਂ ਕਲਿਆਣ ਹੋਣਾ ਨਾਮ ਨਾਲ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਫਿਰ ਸਾਨੂੰ ਜਨਮ ਲੈਣਾ ਪੈਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੇ। ਕਿਵੇਂ ਜਾਊ ਦਰਗਾਹ 'ਚ ਭਾਈ? ਜਿਹੜੀ ਅਸੀਂ ਕਰਮ ਧਰਮ ਕਰਦੇ ਹਾਂ, ਆਤਮ ਨਹੀਂ ਦਰਵੇ, ਉਹ ਭਿੱਜਦਾ ਤਾਂ ਹੈ ਨਹੀਂ ਗਾ ਮਨ, ਸ਼ਾਂਤ ਤਾਂ ਹੁੰਦਾ ਨਹੀਂ। ਯਤਨ ਤਾਂ ਬਹੁਤ ਕਰਦੇ ਹਾਂ, ਹਟ ਜੋ ਕਰਦੇ ਹਾਂ, ਨੰਗੇ ਪੈਰੀ ਵੀ ਜਾਂਦੇ ਹਾਂ ਅਸੀਂ, ਡੰਡੌਤਾਂ ਵੀ ਕਰਦੇ ਹਾਂ। ਇਹ ਸਾਰਾ ਜਿਹੜਾ ਕਰਨਾ ਵਾ, ਡੰਡੌਤ ਵੀ ਮਨ ਦੀ ਕਰਾਉਣੀ ਆ। ਕਰ ਡੰਡੌਤ ਪੁੰਨ ਵੱਡਾ ਹੈ, ਮਨ ਦੀ ਡੰਡੌਤ ਕਰਾਉਣੀ ਹੈ। ਸਰੀਰ ਕਰਕੇ ਲੰਬੇ ਹੋ ਜਾਂਦੇ ਹਾਂ। ਉਹ ਸਭ ਖੇਲ ਸਾਨੂੰ ਜਿਹੜਾ ਹੈਗਾ ਗਿਆਨ ਤੋਂ ਹੀ ਸਮਝ ਆਉਂਦਾ ਵਾ। ਦਰਗਾਹ 'ਚ ਕਿਵੇਂ ਪਹੁੰਚਾਂਗੇ ਅਸੀਂ ਭਾਈ? ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਫਿਰ ਅਸੀਂ ਭਲਾ ਵੀ ਕਹਾਉਣ ਲੱਗ ਜਾਂਦੇ ਹਾਂ। ਭੇਖ ਤੋਂ ਸਾਡੇ ਤੋਂ ਸੰਸਾਰ ਪ੍ਰਭਾਵਿਤ ਹੋ ਜਾਂਦਾ ਹੈ, ਭਾਵਕ ਵੀ ਹੋ ਜਾਂਦੇ ਨੇ, ਸਾਡੇ ਨਾਲ ਜੁੜ ਜਾਂਦੇ ਨੇ। ਉਹ ਜੋ ਸਾਨੂੰ ਹੰਕਾਰ ਪੈਦਾ ਹੁੰਦਾ ਰਹਿੰਦਾ। ਬਾਬਾ ਫਰੀਦ ਜੀ ਦਾ ਆਪਾਂ ਲੈ ਲੈਂਦੇ, ਭਗਤ ਜੀ ਦਾ ਕੀ ਸਮਝਾਉਂਦੇ ਆ? ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿਨਾ ਆਗਾ, ਖਾਲੀ ਚਲੇ ਧਣੀ ਜਿਉਂ ਟਿੱਬੇ ਮੋਹਾ। ਬਾਬਾ ਫਰੀਦ ਜੀ ਸਮਝਾਉਂਦੇ ਨੇ ਭਾਈ, ਬਾਣੀ ਆਗਾਹ ਕਰਦੀ ਆ ਆਪਾਂ ਨੂੰ, ਜਿਨ੍ਹਾਂ ਨੂੰ ਹੰਕਾਰ ਹੋ ਗਿਆ ਧਨ ਜੋਬਨ ਦਾ, ਸੰਸਾਰੀ ਵਡਿਆਈ ਦਾ, ਉਹ ਖਾਲੀ ਚਲੇ ਜਾਣਗੇ ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ। ਆਪਾਂ ਕਿਵੇਂ ਪ੍ਰਾਪਤੀ ਕਰਨੀ ਹੈ ਭਾਈ? ਉਹ ਸਤਿਗੁਰਾਂ ਨੇ ਸਮਝਾਇਆ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਸਤਿਗੁਰ ਤਾਂ ਸਮਝਾਉਂਦੇ, ਉਹਦੇ ਭਾਈ ਭਲਾਈ ਨੇੜੇ ਵੀ ਨਹੀਂ ਹੁੰਦੀ। ਸ਼ੈਤਾਨ ਬਣ ਜਾਂਦਾ ਉਹ, ਧਰਮ ਦੇ ਨਾਂ 'ਤੇ ਠੱਗੀਆਂ ਲਾਉਂਦਾ ਵਾ। ਫਿਰ ਸਜ਼ਾ ਮਿਲਦੀ ਆ ਉਹਨੂੰ ਭਾਈ। ਆਪ ਡੁੱਬੇ ਚੋਂ ਵੇਦ ਮੇ ਚੇਲੇ ਦੀਏ ਬਹਾਏ। ਐਸਾ ਗਿਆਨ ਹੁੰਦਾ ਉਹਦੇ ਕੋਲ, ਆਪ ਵੀ ਡੁੱਬ ਜਾਂਦਾ ਹੈ, ਸੰਸਾਰ ਜਿਹੜੇ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਵੀ ਡੋਬ ਦਿੰਦਾ ਹੈ। ਤਾਂ ਸਤਿਗੁਰਾਂ ਦੇ ਵਚਨ ਲਈਏ, ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਗੁਰ ਕੀ ਮਤ ਲੈਣੀ ਆ ਆਪਾਂ, ਗਿਆਨ ਮਤ ਹੈ ਭਾਈ। ਆਪਦੀ ਮਤ ਦਾ ਤਿਆਗ ਕਰਨਾ। ਬਾਕੀ ਦੇਖਦੇ ਜਿਹੜੇ ਬੜੇ ਬੜੇ ਸਿਆਣੇ ਸਾਰੇ ਡੁੱਬ ਗਏ ਨੇ, ਆਪਾਂ ਜ਼ਰੂਰੀ ਡੁੱਬਣਾ ਭਾਈ। ਜਦੋਂ ਗੁਰੂ ਸਮਝਾ ਰਹੇ ਨੇ ਆਪਾਂ ਨੂੰ, ਗੁਰੂ ਭਗਤ ਸਾਹਿਬਾਨਾਂ ਦਾ ਇਹ ਮਾਰਗ ਹੈ, ਆਪਾਂ ਇਹ 'ਤੇ ਚੱਲਣਾ ਵਾ। ਇਹ ਮਨੁੱਖਾ ਦੇਹੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ ਭਾਈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਬਾਰ, ਜਿਉਂ ਬਨ ਫਲ ਪਾਕੇ ਭੂਏ ਕਰੇ, ਬੋਹਰ ਨਾ ਲਾਗੇ ਡਾਰ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸਰਬ ਕੀ ਰੇਨ ਜਾ ਕਾ ਮਨ ਹੋਏ, ਕੋ ਨਾਨਕ ਤਾਂ ਕੀ ਨਿਰਮਲ ਸੋਏ। ਸਰਬ ਕੀ ਰੇਨ ਹੁੰਦਾ ਸਾਰਿਆਂ ਦਾ ਭਲਾ, ਸਾਰਿਆਂ ਦੇ ਹਿੱਤਕਾਰ। ਉਹ ਕੀ ਹੈ? ਬਾਣੀ ਭਾਈ। ਪਹਿਲਾਂ ਤਾਂ ਆਪਾਂ ਇਹ ਪ੍ਰਾਪਤੀ ਕਰਨੀ ਆ, ਆਪ ਜਪੇ ਅਵਰੇ ਨਾਮ ਜਪਾਪੇ, ਫਿਰ ਦੂਏ ਨੂੰ ਸਮਝਾਉਣਾ ਇਹ ਸੇਵਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੀ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ, ਵਿੱਚੋਂ ਹਉਮੈ ਜਾਏ। ਸਾਡੀ ਹਉਮੈ ਚਲੀ ਜਾਂਦੀ ਹੈ। ਸਭ ਤੋਂ ਵੱਡੀ ਸੇਵਾ ਭਾਈ ਇਹ ਆ। ਇਹ ਆਪਾਂ ਨੂੰ ਕਿਵੇਂ ਪ੍ਰਾਪਤੀ ਹੋਊ? ਬਾਣੀ ਨੂੰ ਸੁਣਨਾ, ਵਿਚਾਰਨੇ 'ਚੋਂ ਗਿਆਨ ਪੈਦਾ ਹੋਊਗਾ। ਗਿਆਨ ਨਾਲ ਫਿਰ ਸਾਡੀ ਇਹ ਭਗਤੀ ਸ਼ੁਰੂ ਹੋਣੀ ਆ। ਕਿ ਆਪਾਂ ਬਾਬਾ ਫਰੀਦ ਜੀ ਦਾ ਸ਼ਬਦ ਲੈ ਲੈਂਦੇ ਹਾਂ, ਥੋੜ੍ਹਾ ਜਿਹਾ ਆਪਾਂ ਨੂੰ ਹੋਰ ਸਮਝ ਆ ਜਾਵੇ ਕੌਣ ਇਹ ਪ੍ਰਾਪਤੀ ਕਰਦੇ ਨੇ, ਕਿਵੇਂ ਕਰਦੇ ਨੇ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹ ਕੀ ਕਹਿੰਦੇ ਨੇ? ਭਗਤ ਨਾਮਦੇਵ ਜੀ ਸਮਝਾਉਂਦੇ ਨੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੇਟਲਾ। ਭਗਤ ਜੀ ਤਾਂ ਐਂ ਸਮਝਾਉਂਦੇ ਨੇ ਭਾਈ, ਅਸੀਂ ਤਰ ਨਹੀਂ ਸਕਦੇ। ਪਤਾ ਨਹੀਂ ਸੰਸਾਰੀ ਲੋਕ, ਧਾਰਮਿਕ ਲੋਕ ਵੱਡੇ ਵੱਡੇ ਆਪਦੇ ਆਪ ਨੂੰ ਕਿਵੇਂ ਦਾਅਵੇ ਕਰਦੇ ਨੇ ਵੀ ਅਸੀਂ ਇੱਕ ਦੂਏ ਨੂੰ ਤਾਰ ਦਾਂਗੇ। ਜਿਨ੍ਹਾਂ ਨੇ ਬਾਣੀ ਰਚੀ ਹੈ, ਸੰਸਾਰ ਨੂੰ ਇਹ ਗਿਆਨ ਦਾ ਸਮੁੰਦਰ ਦਿੱਤਾ, ਉਹ ਤਾਂ ਐਂ ਕਹਿ ਰਹੇ ਆ ਭਾਈ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਸੰਸਾਰ ਸਮੁੰਦਰ ਤੋਂ ਭਾਵ ਇੱਛਾ ਦਾ ਸਮੁੰਦਰ ਹੈ, ਵੱਧਦਾ ਚੱਲਿਆ ਜਾਂਦਾ ਹੈ। ਬਾਬਾ ਫਰੀਦ ਜੀ ਦਾ ਵੀ ਆਪਾਂ ਸਲੋਕ ਲੈ ਲਈਏ, ਹੋਰ ਆਪਾਂ ਨੂੰ ਥੋੜ੍ਹਾ ਸਕਾਲਾ ਹੋ ਜਾਵੇ। ਫਰੀਦਾ ਵੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਸਰਬਰ ਜਬ ਉਸਲੇ ਤਾਂ ਪੰਥ ਦਹੇਲਾ। ਬੁਢਾਪਾ ਆ ਜਾਂਦਾ, ਇੱਛਾ ਵੱਧ ਜਾਂਦੀਆਂ ਨੇ ਭਾਈ, ਬੁੱਧੀ ਜਵਾਬ ਦੇ ਜਾਂਦੀ ਹੈ। ਜਿਵੇਂ ਸਮੁੰਦਰ 'ਚ ਆਉਣ ਵਾਲਾ ਬੇੜਾ ਜਿਹੜਾ ਬੰਨ੍ਹਦਾ ਵਾ, ਜੇ ਨਾ ਬੰਨੇ ਉਹ ਛੱਲਾਂ ਲੈ ਜਾਂਦੀਆਂ ਨੇ ਉਹਨੂੰ ਭਾਈ। ਜਿਹੜਾ ਉੱਥੇ ਬੈਠਾ ਹੁੰਦਾ ਉਹਨੂੰ ਸਮਝਾਉਂਦਾ। ਇਵੇਂ ਜਿਹੜੇ ਜਿਨ੍ਹਾਂ ਨੇ ਮਾਰਗ ਪਾਰ ਕੀਤਾ ਉਹੀ ਤਾਂ ਆਪਾਂ ਨੂੰ ਸਮਝਾ ਰਹੇ ਨੇ ਭਾਈ, ਮੌਕਾ ਵਾ ਹੁਣ ਤੂੰ ਬੇੜਾ ਬੰਨ੍ਹ ਲੈ। ਆਪਾਂ ਨੂੰ ਇਹ ਹੁੰਦਾ ਕੋਈ ਨਹੀਂ ਬੰਨ੍ਹ ਲਾਂਗੇ, ਬਹੁਤ ਟਾਈਮ ਪਿਆ। ਨਹੀਂ ਭਾਈ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੁਣ। ਜਨ ਕਾਲ ਆ ਜਾਂਦਾ ਹੈ, ਇਹ ਗਲਤੀ ਨਹੀਂ ਕਰਨੀ। ਜਨ ਬਾਰ ਬਾਰ ਨਹੀਂ ਮਿਲਦਾ ਹੈਗਾ ਭਾਈ।
ਭਗਤ ਕਬੀਰ ਜੀ ਸਮਝਾਉਂਦੇ ਨੇ ਵੀ ਜੀਵ ਜਾਗਦਾ ਤਾਂ ਹੈ, ਪਰ ਜਦੋਂ ਸਮਾਂ ਨਿਕਲ ਜਾਂਦਾ ਹੈ, ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੇ ਲਾਗੇ। ਅੱਗੇ ਭਗਤ ਜੀ ਕੀ ਸਮਝਾਉਂਦੇ ਆ, ਤਾਰ ਲੈ ਬਾਪ ਬੀਠਲਾ। ਇਹੀ ਤਾਂ ਬੇਨਤੀ ਕਰਨੀ ਹੈ, ਦਾਤਾ ਕਿਰਪਾ ਰਹਿਮਤ ਕਰ ਸਾਡੇ 'ਤੇ, ਸਾਨੂੰ ਗਿਆਨ ਬਖਸ਼ ਦੇ, ਸਾਡਾ ਜਿਹੜਾ ਮਨ ਸ਼ਾਂਤ ਹੋ ਜਾਏ, ਇਹਨੂੰ ਮੁਕਤੀ ਮਿਲ ਜਾਵੇ, ਤੇਰੇ ਚਰਨਾਂ 'ਚ ਪਹੁੰਚ ਜਾਈਏ, ਸਾਡੀ ਭਗਤੀ ਸ਼ੁਰੂ ਹੋ ਕੇ ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਵੇ। ਰਹਾਓ ਅਨਲ ਬੇੜਾ ਹਉ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ। ਅਨਲ ਬੇੜਾ ਭਾਈ ਹਵਾ ਇੱਛਾ ਦਾ ਬੇੜਾ, ਕਿਵੇਂ ਅਸੀਂ ਇਹਨੂੰ ਆਪਦੀ ਮਤਨਾਂ ਨੂੰ ਕਿਵੇਂ ਸੰਭਾਲਾਂਗੇ। ਕੋਈ ਭਗਤ ਜੀ ਸਮਝਾਉਂਦੇ ਨੇ, ਅਨਲ ਬੇੜਾ ਹਉ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ। ਦਾਤਾ ਤੇਰਾ ਪਾਰ ਤਾਂ ਕੀ ਪਾਉਣਾ ਵਾ, ਅਸੀਂ ਤਾਂ ਆਪਦੇ ਆਪ ਨੂੰ ਨਹੀਂ ਸੰਭਾਲ ਸਕਦੇ, ਇੱਛਾ ਨੂੰ ਨਹੀਂ ਰੋਕ ਸਕਦੇ ਹੈਗੇ। ਅੱਗੇ ਭਗਤ ਜੀ ਕੀ ਸਮਝਾਉਂਦੇ, ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਉਹੀ ਗੱਲ ਆ ਗਈ ਭਾਈ, ਸਤਿਗੁਰ ਦੀ ਬਾਣੀ ਹੈ, ਸਤਿਗੁਰ ਦਾ ਆਪਾਂ ਨੂੰ ਦਰਸ਼ਨ ਹੋਣਾ, ਸੱਚ ਦਾ ਗਿਆਨ ਇਹ ਸਤਿਗੁਰ ਦੀ ਬਾਣੀ ਹੈ, ਉਸ ਤੋਂ ਬਾਅਦ ਹੀ ਸਤਿਗੁਰ ਦਾ ਦਰਸ਼ਨ ਹੋਣਾ ਵਾ, ਉਹੀ ਤਾਂ ਹਰ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ। ਦਾਤਾ ਕਿਰਪਾ ਕਰੋ, ਸੱਚ ਦਾ ਗਿਆਨ ਦਿਓ ਸਾਨੂੰ, ਸਤਿਗੁਰ ਦੀ ਪ੍ਰਾਪਤੀ ਹੋ ਜਾਵੇ ਸਾਨੂੰ। ਪਾਰ ਉਤਾਰੇ ਕੇਸਵਾ, ਹੀ ਕੇਸਵਾ ਸਾਨੂੰ ਮਾਇਆ ਪਾਰ ਕਰਾ ਦੇ। ਨਾਮਾ ਕਹੇ ਹੂੰ ਤਰਬੀ ਨਾ ਜਾਣੂ। ਭਗਤ ਜੀ ਤਾਂ ਇਹ ਕਹਿੰਦੇ ਨੇ, ਪਰ ਸੰਸਾਰੀ ਲੋਕ ਪਤਾ ਨਹੀਂ ਕਿਵੇਂ ਦਾਅਵੇ ਕਰੀ ਜਾਂਦੇ ਵੱਡੇ ਵੱਡੇ, ਅਸੀਂ ਪਾਰ ਲਗਾ ਦਾਂਗੇ, ਕੋਈ ਕਹਿੰਦਾ ਬਾਂਹ ਫੜ ਕੇ ਲਗਾ ਦਾਂਗੇ, ਕੋਈ ਕੁਛ ਕਹਿੰਦਾ, ਕੋਈ ਸਭ ਝੂਠ ਹੈ ਭਾਈ। ਜਿੰਨੇ ਧਰਮ ਮਗਰ ਜਾਂਦੇ ਜਾਨੂੰ ਕਾਲ ਆ ਜਾਂਦਾ ਆ, ਬਚਣਾ ਵਾ ਆਪਾਂ। ਭਗਤ ਜੀ ਸਮਝਾਉਂਦੇ ਆ, ਲਾਖ ਅਹੇਰੀ ਇੱਕ ਜੀਓ, ਕਿਵੇਂ ਬਚਾਂਗੇ, ਲੱਖਾਂ ਸ਼ਿਕਾਰੀ ਬੈਠੇ ਨੇ ਭਾਈ ਫਸਾਉਣ ਵਾਲੇ। ਨਾਮਾ ਕਹੇ ਹੂੰ ਤਰਬੀ ਨਾ ਜਾਨੂ, ਮੋਕੋ ਬਾਹ ਦੇ ਬੀਠਲਾ। ਇਹ ਦਾਤਾ ਬਾਂਹ ਦੇ, ਨਾ ਗਿਆਨ ਦੀ ਬਾਂਹ, ਗਿਆਨ ਦਾ ਹੱਥ ਦੇ ਦਾਤਾ, ਸਾਡੀ ਮਨ ਬੁੱਧੀ ਨੂੰ ਸਮਝ ਆ ਜਾਵੇ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਅੱਗੇ ਆਪਾਂ ਲਈਏ ਪਦਾ ਭਗਤ ਜੀ ਦਾ ਆਪਾਂ ਸ਼ਬਦ ਲਿਆ, ਥੋੜ੍ਹਾ ਆਪਾਂ ਨੂੰ ਸਮਝ ਆ ਜਾਵੇ ਕੌਣ ਨੇ ਜਿਹੜੇ ਉਹ ਭਗਤੀ ਕਰਦੇ ਨੇ ਭਾਈ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁੱਖ ਨਾਹੀ ਕੋਈ। ਸਤਿਗੁਰ ਤਾਂ ਇਹ ਸਮਝਾਉਂਦੇ ਆ, ਜਦੋਂ ਕੋਈ ਜੀਵ ਦਾਅਵਾ ਕਰਦਾ ਹੈ ਭਾਈ ਵੀ ਮੈਂ ਕੁਛ ਕਰ ਸਕਦਾ, ਸਮਰੱਥਾ ਵਾਂ, ਇਹਨੂੰ ਸੁੱਖ ਨਹੀਂ ਹੁੰਦਾ, ਉਹ ਕਲਪਨਾ ਦੇ ਵਿੱਚ ਜਲਦਾ ਰਹਿੰਦਾ ਵਾ, ਉਹਦਾ ਸਾਰਾ ਜੀਵਨ ਐਂ ਨਿਕਲ ਜਾਂਦਾ। ਕਿ ਆਪਾਂ ਨੂੰ ਆ ਜਾਣਾ, ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਵੀ ਹੋਣ ਮੱਛਲੀ ਤੜਫਾਏ। ਜਿਵੇਂ ਜਲ ਤੋਂ ਬਿਨਾਂ ਮਛਲੀ ਤੜਫਦੀ ਹੈ, ਪਾਣੀ ਤੋਂ ਬਿਨਾਂ, ਐਂ ਉਹਨਾਂ ਦਾ ਜੀਵਨ ਹੋ ਜਾਂਦਾ। ਤਬ ਇਸ ਕੋ ਸੁੱਖ ਨਾਹੀ ਕੋਈ, ਫਿਰ ਵੀ ਨਹੀਂ ਹਟਦੇ। ਜਾਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੌਨ ਮੈਂ। ਫਿਰ ਤਾਂ ਜਦੋਂ ਅਸੀਂ ਦਾਅਵਾ ਕਰਦੇ ਹਾਂ ਭਾਈ ਅਸੀਂ ਤਾਂ ਆਪ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ, ਤੂੰ ਇਹਨੂੰ ਕੀ ਤਾਰਾਂਗੇ, ਗਰਭ ਜੌਨ ਸਾਨੂੰ ਫਿਰ ਜਾਣਾ ਪੈਂਦਾ। ਕਿ ਸਤਿਗੁਰ ਕੀ ਸਮਝਾਉਂਦੇ ਆ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਹੀਂ ਚੀਜ਼। ਜੇ ਸਾਡੇ ਅੰਦਰ ਵੈਰ ਵਿਰੋਧ ਹੈ, ਸਾਡੀ ਨਿਸ਼ਚਲ ਅਵਸਥਾ ਨਹੀਂ ਹੁੰਦੀ, ਵੈਰ ਵਿਰੋਧ ਤਾਂ ਸਾਡਾ ਗਿਆ ਨਹੀਂ, ਭੈ ਤੋਂ ਮੁਕਤ ਅਸੀਂ ਹੋਏ ਨਹੀਂ, ਭਗਤ ਬਣ ਜਾਂਦੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ ਭਾਈ। ਨਿਰਭਉ ਹੋਣਾ, ਭੈ ਤੋਂ ਮੁਕਤ ਹੋਣਾ, ਨਿਰਵੈਰ ਹੋਣਾ, ਸੰਸਾਰ ਨਾਲ ਵੈਰ ਵਿਰੋਧ ਹੋਣਾ। ਤਾਈਂ ਉਹਦੇ ਅੱਗੇ ਬੇਨਤੀ ਕਰਾਂਗੇ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਉਹ ਅਵਸਥਾ ਪ੍ਰਾਪਤ ਕਰਨੀ ਹੈ। ਧਾਰੇ ਕੋ ਵੈਰੀ ਮੀਤ, ਤਬ ਲਗ ਨਿਸ਼ਚਲ ਨਹੀਂ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ। ਜਦੋਂ ਅਸੀਂ ਮੋਹ ਮਾਇਆ ਨਾਲ ਜੁੜੇ ਰਹਿੰਦੇ ਹਾਂ, ਸਾਨੂੰ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਮਿਲਦਾ ਭਾਈ। ਇਹ ਸਜ਼ਾ ਮਿਲਦੀ ਹੈ, ਬਹੁਤ ਸਜ਼ਾਏ ਦੇਸ ਪਿਆ ਲੰਬੀ ਜੰਮਣ ਮਰਨ ਦੀ ਸਜ਼ਾ ਮਿਲਦੀ ਹੈ, ਜੀਵ ਜੰਮਦਾ ਮਰਦਾ ਰਹਿੰਦਾ ਵਾ। ਉਹਦੀ ਕਿਰਪਾ ਲੈਣੀ ਹੈ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਪ੍ਰਭ ਕਿਰਪਾ ਤੇ ਬੰਧਨ ਟੂਟੇ, ਗੁਰ ਪ੍ਰਸਾਦ ਨਾਨਕ ਹੋਂ ਛੂਟੇ। ਦੇਖੋ ਆ ਗਿਆ ਨਾ ਫਿਰ ਉਹੀ, ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਪ੍ਰਭ ਦੀ ਕਿਰਪਾ ਲੈ ਲੈਂਦੇ, ਉਹਨਾਂ ਦੇ ਮਾਇਆ ਦੇ ਬੰਧਨ, ਸੰਸਾਰੀ ਹੰਕਾਰ ਖਤਮ ਹੋ ਜਾਂਦਾ ਵਾ। ਗੁਰ ਪ੍ਰਸਾਦ ਨਾਨਕ ਹੋਂ ਛੂਟੇ, ਉਹਨਾਂ ਨੂੰ ਗੁਰ ਪ੍ਰਸਾਦ ਭਾਵ ਗੁਰੂ ਸ਼ਬਦ 'ਚੋਂ ਗਿਆਨ ਹੋ ਜਾਂਦਾ, ਉਹਨਾਂ 'ਤੇ ਕਿਰਪਾ ਰਹਿਮਤ ਹੋ ਜਾਂਦੀ ਹੈ। ਨਾਨਕ ਹਉ ਛੂਟੇ, ਉਹਨਾਂ ਦੀ ਹਉਮੈ ਚਲੀ ਜਾਂਦੀ ਹੈ। ਅੱਗੇ ਕੀ ਸਮਝਾਉਂਦੇ ਆ ਸਤਿਗੁਰ, ਸਹਿਸ ਇਕੱਠੇ ਲੱਖ ਘੋੜ ਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਇੱਥੇ ਸਤਿਗੁਰ ਕਿਹਨੂੰ ਸਮਝਾਉਂਦੇ ਆ, ਸਾਡੇ ਜੀਵਨ ਬਾਰੇ। ਅਸੀਂ 1000 ਕਮਾਉਂਦੇ ਹਾਂ, ਫਿਰ ਸਾਡੇ ਅੰਦਰ ਲੱਖਾਂ ਦੀ ਇੱਛਾ ਪੈਦਾ ਹੁੰਦੀ ਹੈ ਭਾਈ, ਪਰ ਤ੍ਰਿਪਤ ਨਹੀਂ ਹੁੰਦੇ, ਇੱਛਾ ਵੱਧਦੀ ਚਲੀ ਜਾਂਦੀ। ਕਿਉਂਕਿ ਮਾਇਆ ਦਾ ਜਿਹੜਾ ਸੁਭਾਅ ਆ, ਉਹਦਾ ਰੂਪ ਕਹੇ ਜਾਂ ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਮਾਇਆ ਅਗਨ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਕਰਤੇ ਨੇ ਖੇਲ ਰਚਾਇਆ ਭਾਈ। ਅਗਨ ਰੂਪ ਮਾਇਆ ਸਾਨੂੰ ਸਾੜ ਦਿੰਦੀ ਹੈ, ਜਦੋਂ ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ, ਜਿਹਦੇ ਪਿੱਛੇ ਚੱਲਦੇ ਰਹਿੰਦੇ ਹਾਂ ਅਸੀਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਅਨਕ ਭੋਗ ਵਿਖਿਆ ਕੇ ਕਰੇ, ਨਾ ਤ੍ਰਿਪਤਾਵੇ, ਖਪ ਖਪ ਮਰੇ। ਦੇਖਦੇ ਹੀ ਆ ਭਾਈ, ਕਿੱਡੀ ਕਿੰਨੀ ਮਾਇਆ ਇਕੱਠੀ ਕਰ ਲੈਂਦੇ, ਕਿੱਡੇ ਰਾਜ ਪਾਠ ਕਾਇਮ ਕਰ ਲੈਂਦੇ ਆ, ਫਿਰ ਵੀ ਤ੍ਰਿਪਤ ਨਹੀਂ ਹੁੰਦੇ, ਖਪ ਕੇ ਮਰ ਜਾਂਦੇ ਨੇ, ਜੰਮਣ ਮਰਨ ਨੂੰ ਚਲੇ ਜਾਂਦੇ। ਆਪਾਂ ਇਹ ਪ੍ਰਾਪਤੀ ਕਰਨੀ ਹੈ ਭਾਈ,
ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਬਿਨਾਂ ਸੰਤੋਖ ਤੋਂ ਭਾਈ ਮਨ ਟਿਕਦਾ ਨਹੀਂ ਹੈਗਾ। ਸੰਤੋਖ ਕਿਵੇਂ ਆਊਗਾ ਸਾਨੂੰ? ਗਿਆਨ ਕਾ ਬੱਧਾ ਮਨ ਰਹੇ, ਜਦੋਂ ਗੁਰ ਸ਼ਬਦ ਦੇ ਗਿਆਨ ਨਾਲ ਮਨ ਬੰਨ੍ਹ ਲੈਂਦੇ, ਥਿਰ ਹੋ ਜਾਂਦਾ ਹੈ, ਫਿਰ ਇਹਨੂੰ ਸੰਤੋਖ ਆਉਂਦਾ। ਉਹ ਦੂਆ ਪਦਾਰਥ ਹੈ ਆਪਣਾ ਮੁਕਤੀ। ਪਹਿਲਾ ਗਿਆਨ ਪਦਾਰਥ ਆ ਗਿਆ, ਦੂਆ ਪਦਾਰਥ ਆਪਣਾ ਮੁਕਤੀ, ਜਿਹਨੂੰ ਸੰਤੋਖ ਕਿਹਾ ਬਾਣੀ ਵਿੱਚ। ਉਹੀ ਸਤਿਗੁਰ ਸਮਝਾਉਂਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ ਭਾਈ, ਆਤਮਾ ਕਰਕੇ ਕੋਰੇ ਰਹਿ ਜਾਂਦੇ ਹਾਂ। ਸਰੀਰ ਕਰਕੇ ਅਸੀਂ ਆਪਦੇ ਆਪ ਨੂੰ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ ਹੈ। ਉਹ ਸਤਿਗੁਰ ਸਮਝਾਉਂਦੇ ਆ, ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਜਿਵੇਂ ਜੀ ਸੁੱਤਾ ਪਿਆ ਸੁਪਨਾ ਲੈ ਰਿਹਾ ਹੁੰਦਾ, ਜੇ ਇਹਨੂੰ ਕੋਈ ਠਾਲਦੇ ਸੁਪਨਾ ਟੁੱਟ ਜਾਂਦਾ, ਐਵੇਂ ਸਾਡੇ ਸਾਰੇ ਮਨੋਰਥ ਐਵੇਂ ਚਲੇ ਜਾਂਦੇ। ਜੋ ਸਾਡਾ ਇਸ ਸਰੀਰ 'ਚੋਂ ਕਾਲ ਸਾਨੂੰ ਕੱਢਦਾ ਹੈ, ਦੂਈ ਜਨਮ 'ਚ ਪਾਉਂਦਾ ਹੈ ਹੁਕਮ, ਸਾਡੇ ਸਾਰੇ ਮਨੋਰਥ ਐਵੇਂ ਚਲੇ ਜਾਂਦੇ ਨੇ। ਫਿਰ ਅਸੀਂ ਪਛਤਾਉਣੇ, ਜਦੋਂ ਸਮਾਂ ਨਿਕਲ ਜਾਂਦਾ ਭਾਈ। ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ। ਨਾਮ ਦੇ ਵਿੱਚ ਕੀ ਹੈ? ਰੰਗ ਕੀ ਹੈ? ਗਿਆਨ। ਨਾਮ ਦਾ ਰੰਗ ਕਿਵੇਂ ਚੜੂ ਸਾਡੇ 'ਤੇ? ਅੱਗੇ ਆ ਜਾਣਾ ਆਪਾਂ ਨੂੰ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਸਾਧਣਾ ਭਾਈ ਗੁਰ ਸ਼ਬਦ ਦੇ ਨਾਲ, ਜਾਂ ਕੋਈ ਸਾਧੀ ਆਤਮਾ ਨਾਲ ਮਿਲ ਕੇ ਵਿਚਾਰ ਕਰਨਾ, ਉਹ ਗੁਰਸਿੱਖ ਨਾਲ, ਫਿਰ ਇਹ ਰੰਗ ਚੜ੍ਹਦਾ ਵਾ। ਸਤਿਗੁਰ ਸਮਝਾਉਂਦੇ ਨੇ, ਨਾਮ ਰੰਗ ਸਰਬ ਸੁੱਖ ਹੋਏ। ਜਿਹਦੇ ਨਾਮ ਦਾ ਰੰਗ ਚੜ੍ਹ ਜਾਂਦਾ, ਸੱਚ ਦਾ ਗਿਆਨ ਜਿਹਨੂੰ ਮਿਲ ਜਾਂਦਾ, ਮਾਇਆ ਦਾ ਝੂਠ ਦਾ ਗਿਆਨ ਖਤਮ ਹੋ ਜਾਂਦਾ, ਉਹਦਾ ਜੰਮਣ ਮਰਨ ਕੱਟਿਆ ਜਾਂਦਾ, ਸਾਰੇ ਸੁੱਖਾਂ ਦੀ ਉਹਨੂੰ ਪ੍ਰਾਪਤੀ ਹੁੰਦੀ ਆ। ਬੜਭਾਗੀ ਕਿਸੇ ਪ੍ਰਾਪਤ, ਵੱਡੇ ਭਾਗਾਂ ਨਾਲ ਭਾਈ ਪ੍ਰਾਪਤ ਹੁੰਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਫਿਰ ਆ ਗਿਆ ਉਹ ਜਿਹੜਾ ਪਹਿਲਾਂ ਆਪਾਂ ਸਲੋਕ ਪੜ੍ਹਿਆ, ਕਰਨ ਜੋ ਚੱਲ ਰਿਹਾ ਵਾ, ਕਰਾਵਨ ਕੁਛ ਵੀ ਹੁਕਮ ਕਰਾ ਲੈਂਦਾ ਸਾਤੋਂ। ਕਰ ਰਹੇ ਹਾਂ ਅਸੀਂ, ਪਰ ਸਾਨੂੰ ਗਿਆਨ ਨਹੀਂ, ਇਸ ਕਰਕੇ ਸਾਨੂੰ ਐਂ ਲੱਗਦਾ ਵੀ ਅਸੀਂ ਕਰ ਰਹੇ ਹਾਂ। ਸਦਾ ਸਦਾ ਨਾਨਕ ਹਰਿ ਜਾਪ। ਆਪਾਂ ਜਪਦੇ ਰਹੀਏ ਭਾਈ ਬਾਣੀ, ਪਰਮਾਤਮਾ ਦੇ ਗੁਣਾਂ ਨੂੰ ਸਮਝਦੇ ਰਹੀਏ, ਇਹੀ ਸਾਡਾ ਸੰਸਾਰ 'ਤੇ ਆਉਣਾ ਸਫਲ ਹੈ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਸਾਡੇ ਹੱਥ ਤਾਂ ਕੁਛ ਵੀ ਨਹੀਂ ਹੈ, ਜਿਹੜਾ ਕਰਾ ਰਿਹਾ ਸਾਰਾ ਕੁਛ ਤਾਂ ਉਹਦੇ ਹੱਥ 'ਚ ਹੀ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ। ਆਪ ਤਾਂ ਹੈ, ਦੂਜਾ ਤਾਂ ਕੋਈ ਹੈ ਹੀ ਨਹੀਂ। ਜੈਸੀ ਸਾਨੂੰ ਗਿਆਨ ਦ੍ਰਿਸ਼ਟੀ ਆਪ ਮਿਲਦੀ ਆ, ਉਹ ਜੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ। ਇਹ ਦ੍ਰਿਸ਼ਟੀ ਤਾਂ ਆਪਾਂ ਪ੍ਰਾਪਤ ਕਰਨੀ, ਇਹਨੂੰ ਦਿਵ ਦ੍ਰਿਸ਼ਟੀ ਕਿਹਾ ਬਾਣੀ ਵਿੱਚ। ਇੱਕ ਹੁੰਦਾ ਦੇਖਣਾ, ਇੱਕ ਹੁੰਦਾ ਪੇਖਣਾ। ਦੇਖਣਾ ਅੱਖਾਂ ਨਾਲ ਹੁੰਦਾ, ਪੇਖਣਾ ਹੁੰਦਾ ਦਿਵ ਦ੍ਰਿਸ਼ਟੀ, ਬੁੱਧੀ ਨਾਲ। ਉਹੀ ਆਪਾਂ ਨੂੰ ਇਹ 'ਚੋਂ ਪ੍ਰਾਪਤ ਹੋਣੀ ਹੈ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਨਾਨਕ ਨੇਤਰ ਅੰਧ ਤੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਜੋ ਕਿਸ ਕੀਨੋ ਸੂ ਆਪਣੇ ਰੰਗ ਸਭੂ ਤੇ ਦੂਰ, ਸਭੂ ਕੇ ਸੰਗ। ਸਾਰਿਆਂ ਦੇ ਨੇੜੇ ਹੀ ਆਪਾਂ, ਅਸੀਂ ਬਾਹਰ ਲੱਭਦੇ ਕਰਕੇ ਦੂਰ ਲੱਗਦਾ ਸਾਨੂੰ। ਜੋ ਕੁਛ ਉਹਨੇ ਬਣਾਇਆ ਆਪਦੇ ਰੰਗ ਦੇ ਵਿੱਚ ਬਣਾਇਆ, ਸਾਰਾ ਕੁਛ ਠੀਕ ਹੀ ਬਣਾਇਆ, ਪਰ ਅਸੀਂ ਵਿਰੋਧ ਕਰਦੇ ਹਾਂ। ਅਲੱਗ ਅਲੱਗ ਸਾਡੇ ਸੁਭਾਅ ਨੇ, ਆਹ ਕਿਉਂ ਕੀਤਾ, ਐਂ ਕਿਉਂ ਹੋ ਗਿਆ। ਇਹੀ ਤਾਂ ਵਿਰੋਧ ਹੈ, ਇਹੀ ਤਾਂ ਜੰਮਣ ਮਰਨ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬੁੱਝੇ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਨੇਕ। ਇੱਕ ਤੋਂ ਨੇਕ ਹੋਇਆ ਹੈ ਭਾਈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਮਰੇ ਨਾ ਵਿਨਸੇ ਆਵੇ ਨਾ ਜਾਏ, ਨਾਨਕ ਸਦ ਹੀ ਰਿਹਾ ਸਮਾਏ। ਸਦਾ ਹੀ ਰਹਿੰਦਾ, ਸਰਬ ਵਿਆਪੀ ਹੈ ਭਾਈ। ਆਦ ਸੱਚ ਹਮੇਸ਼ਾ ਹੀ ਰਹਿੰਦਾ ਵਾ, ਜੰਮਣ ਮਰਨ 'ਚ ਨਹੀਂ ਆਉਂਦਾ। ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਬਾਣੀ ਉਹਦਾ ਹੀ ਉਪਦੇਸ਼ ਹੈ, ਉਪਦੇਸ਼ ਦੇ ਕੇ ਸਮਝਾਇਆ ਜਾਂਦਾ ਸਾਨੂੰ। ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ। ਫਿਰ ਜੋ ਅਸੀਂ ਭਗਤੀ ਕਰਦੇ ਹਾਂ, ਜੋ ਅਸੀਂ ਬੋਲਦੇ ਹਾਂ, ਵਿਚਾਰਦੇ ਹਾਂ, ਉਹ ਵੀ ਆਪ ਹੀ ਦੇਖ ਰਿਹਾ ਹੈ, ਸਾਰਿਆਂ ਦੇ ਨਾਲ ਹੀ ਹੈ, ਦੂਰ ਕਿੱਥੇ ਹੈ ਭਾਈ। ਆਪ ਕੀਨੋ ਆਪਣ ਵਿਸਤਾਰ, ਸਭ ਕੁਛ ਉਸਕਾ ਉਹ ਕਰਨੇ ਹਾਰ। ਸਾਰਾ ਵਿਸਤਾਰ ਉਹਨੇ ਹੀ ਬਣਾਇਆ ਭਾਈ, ਸਾਰਾ ਕੁਛ ਉਹਦਾ ਹੀ ਹੈ, ਉਹ ਕਰਨੇ ਹਾਰ ਹੈ। ਕੁਛ ਵੀ ਕਰਾ ਲੈਂਦਾ ਭਾਈ, ਸਾਰਾ ਕੁਛ ਉਹਦਾ ਵਾ। ਉਸ ਦੇ ਭਿੰਨ ਕਹੋ ਕਿਸ ਹੋਏ, ਸਥਾਨ ਤਨੰਤਰ ਏਕੋ ਸੋਏ। ਕਿਹਨਾਂ ਨੂੰ ਗਿਆਨ ਹੁੰਦਾ ਹੈ, ਕਿਹਨਾਂ ਦੀ ਕਿਰਪਾ ਰਹਿਮਤ ਹੁੰਦੀ ਹੈ? ਉਹੀ ਜਿਹੜੇ ਸੰਸਾਰ ਸਮੁੰਦੇ ਤਾਰ ਗੁੰਦੇ ਭਗਤ ਜੀ ਵਾਲੇ ਸੁਭਾਅ ਹੁੰਦੇ ਨੇ ਗੁਰਸਿੱਖ, ਉਹਨਾਂ ਨੂੰ ਸਾਰੀ ਇਹ ਖੇਲ ਸਮਝ ਆਉਂਦੀ ਹੈ ਵੀ ਉਹ ਤੋਂ ਬਿਨਾਂ ਭਾਈ ਨਹੀਂ ਕੁਛ ਹੋ ਸਕਦਾ। ਉਸ ਦੇ ਭਿੰਨ ਕਹੋ ਕਿਸ ਹੋਏ, ਉਹੀ ਜਾਣਦੇ ਨੇ ਭਾਈ ਜਿਹੜੇ ਮਾਰਗ 'ਤੇ ਚੱਲਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਥਾਨ ਤਨੰਤਰ ਏਕੋ ਸੋਏ। ਸਰਬ ਵਿਆਪੀ ਹੈ ਭਾਈ, ਸਾਰੀ ਜਗ੍ਹਾ ਹੈ ਉਹ ਹੈ। ਆਪਣੇ ਚਲਿਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਉਪਾਰ। ਅਨੇਕਾਂ ਤਰ੍ਹਾਂ ਦੇ ਗਿਆਨ ਨੇ, ਕੌਤਕ ਹੈ ਉਹਦਾ ਸੰਸਾਰ। ਕਿੰਨੇ ਗਿਆਨ ਅਸੀਂ ਸਮਝ ਹੀ ਨਹੀਂ ਸਕਦੇ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਮਨ ਦੇ ਨਾਲ ਹੀ ਹੈ, ਕਿਵੇਂ ਅਸੀਂ ਵਿਚਾਰ ਕੇ ਦੱਸ ਸਕਦੇ ਹਾਂ? ਅਸੀਂ ਵਿਚਾਰ ਕੇ ਦੱਸ ਸਕਦੇ ਹਾਂ, ਬਾਣੀ ਨੂੰ ਕਥਨ ਨਹੀਂ ਕਰ ਸਕਦੇ। ਕਥਨ ਗੁਰੂ ਭਗਤ ਸਾਹਿਬਾਨਾਂ ਨੇ ਸਾਨੂੰ ਕਰਕੇ ਦਿੱਤੀ ਹੈ, ਅਸੀਂ ਇਹਨੂੰ ਵਿਚਾਰਾਂਗੇ, 'ਚੋਂ ਗਿਆਨ ਪੈਦਾ ਹੋ। ਕਥਨ ਨਹੀਂ ਅਸੀਂ ਕਰ ਸਕਦੇ। ਕਥਨ ਤਾਂ ਉਹਨਾਂ ਨੇ ਕਰਕੇ ਦਿੱਤੀ ਹੈ, ਆਪਾਂ ਸਮਝਾਇਆ ਵੀ ਕਥਨਾ ਕਰੜਾ ਸਾਰ ਹੈ। ਅਸੀਂ ਵਿਚਾਰ ਕਰ ਸਕਦੇ ਹਾਂ, ਕਥਨ ਨਹੀਂ ਇਹਨੂੰ ਕਰ ਸਕਦੇ।
ਵਿਚਾਰ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ ਉਹਦੇ ਨਾਲ ਸਾਨੂੰ ਸਮਝ ਆਉਂਦੀ ਹੈ। ਸਤਿਗੁਰਾਂ ਨੇ ਕੀ ਸਮਝਾਇਆ, ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ। ਸਿੱਧਾ ਨਹੀਂ ਸਮਝਾਇਆ ਜਾਂਦਾ, ਬਾਣੀ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾ ਰਹੀ ਹੈ, ਹੌਲੀ ਹੌਲੀ ਫਿਰ ਮਨ ਨੂੰ ਸਮਝ ਆਉਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨ ਨਹੀਂ। ਕਿਸੇ ਨੇ ਵਖਿਆਨ ਕਿਹਨਾਂ ਨੇ ਕੀਤਾ, ਗੁਰੂ ਭਗਤ ਸਾਹਿਬਾਨਾਂ ਨੇ ਸੱਚ ਬਾਰੇ ਆਪਾਂ ਨੂੰ ਸਮਝਾਇਆ। ਤਿੰਨੇ ਲੋਕਾਂ ਦੇ ਵਿੱਚ, ਮਾਇਆ ਦੇ ਵਿੱਚ ਵੀ ਚੌਥਾ ਸਤ ਜੋ ਸੁਆਮੀ, ਸਤ ਹਮੇਸ਼ਾ ਹੀ ਰਹਿੰਦਾ। ਸਤ ਕਰਕੇ ਦਾ ਸੰਸਾਰ ਚੱਲਦਾ ਹੈ। ਜੋ ਆਦ ਸੱਚ ਹੈ ਸਾਡੀ ਪਕੜ ਤੋਂ ਪਰੇ ਆ। ਜੋ ਸਾਨੂੰ ਗੁਰ ਸ਼ਬਦ 'ਚੋਂ ਸੱਚ ਦਾ ਗਿਆਨ ਹੁੰਦਾ, ਫਿਰ ਸਾਨੂੰ ਸਮਝ ਆਉਂਦੀ ਹੈ ਸਾਰੀ ਖੇਲ ਦੀ। ਪਿੱਛੇ ਵੀ ਆਪਾਂ ਯੁੱਗਾਂ ਬਾਰੇ ਸਮਝਾਇਆ ਸੀ, ਉਹ ਅਵਸਥਾ ਦੇ ਨਾਂ ਨੇ ਆਤਮਾ ਦੇ। ਗੁਰ ਪ੍ਰਸਾਦ ਕਿਹਨੇ ਬਖਿਆ ਨਹੀਂ। ਹੁਣ ਕੋਈ ਗੁਰਸਿੱਖ ਗੁਰੂ ਦੇ ਰਹਿਮਤ ਲੈ ਕੇ, ਗਿਆਨ ਲੈ ਕੇ ਫਿਰ ਉਹ ਬਖਿਆਨ ਕਰਕੇ ਸਮਝਾਉਂਦਾ। ਉਹੀ ਤਾਂ ਗੁਰਸਿੱਖ ਨੇ, ਭਾਈ ਆਪ ਜਪੇ ਅਵਰੇ ਨਾਮ ਜਪਾਵੇ। ਸੱਚ 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 ਸਭ ਕੀਨਾ ਕੋਟ ਮਦੇ ਕਿੰਨੇ ਵਿਰਲੇ ਚੀਨਾ। ਸੱਚ ਹੀ ਸਾਰਾ ਕੁਛ ਕਰ ਰਿਹਾ, ਸੱਚ ਨੇ ਪੈਦਾ ਕੀਤਾ ਹੈ, ਸੱਚ ਹੀ ਹਮੇਸ਼ਾ ਰਹੂਗਾ, ਸੱਚ ਦਾ ਹੀ ਹੁਕਮ ਚੱਲਦਾ ਹੈ। ਕਰੋੜਾਂ 'ਚੋਂ ਕੋਈ ਵਿਰਲਾ ਜਾਣਦਾ ਹੈ ਭਾਈ। ਉਹੀ ਤਾਂ ਗੁਰਸਿੱਖ ਨੇ, ਆਪਾਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਜਗ ਮੇ ਉਤਮ ਕਾਢੀਏ ਵਿਰਲੇ ਕੇ। ਪਰ ਮੰਨਦੇ ਨਹੀਂ ਅਸੀਂ, ਹੰਕਾਰ ਹੈ ਸਾਡੇ ਅੰਦਰ। ਹੰਕਾਰ ਕਿਵੇਂ ਜਾਊ, ਬਾਣੀ ਨੂੰ ਵਿਚਾਰਨ ਨਾਲ ਜਾਊਗਾ। ਗੁਣ ਗਾਵਤ ਤੇਰੀ ਉਤਰ ਸੁਭਾਇ ਬਿਨਸ ਜਾਏ ਹਉਮੈ ਮਿਖ ਵੈਲ। ਜਿਹੜੇ ਸਾਡੇ ਹੰਕਾਰ ਅੰਦਰ ਵੜਿਆ ਵਾ, ਇੱਛਾ ਦਾ, ਸੰਪਤ ਦਾ, ਕਿਵੇਂ ਜਾਊ ਪਰਮੇਸ਼ਰ ਦੇ ਗੁਣ ਗਾਣ। ਬਾਣੀ ਉਹਦੇ ਗੁਣਾਂ ਦਾ ਅਧਿਐਨ ਕਰਾ ਰਹੀ ਆ ਆਪਾਂ ਨੂੰ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਅਨੂਪ ਹੁੰਦਾ ਜਿਹਦੀ ਉਪਮਾ ਨਾ ਹੋ ਸਕੇ। ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ, ਅਪਾਰ ਸ਼ਕਤੀ ਹੈ ਉਹ, ਅਤ ਸੁੰਦਰ ਹੈ। ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਜਦੋਂ ਅਸੀਂ ਗੁਰ ਸ਼ਬਦ ਦਾ ਗਿਆਨ ਲੈ ਕੇ ਉਹਦਾ ਜਸ ਕਰਦੇ ਹਾਂ, ਜੋ ਵੀ ਕਰਦਾ ਉਹਦਾ ਭਲਾ ਹੋ ਜਾਂਦਾ। ਉਹਦਾ ਰੂਪ ਹੀ ਭਲਾ ਵਾ, ਉਹਦਾ ਦਰਸ਼ਨ ਹੀ ਭਲਾ ਕਰ ਦਿੰਦਾ ਹੈ ਸਾਡਾ। ਉਹਦਾ ਵਿਚਾਰ ਨਾਲ ਹੀ ਸਾਡਾ ਸੰਸਕਾਰ ਜੀਵਨ ਹੀ ਬਦਲ ਜਾਂਦਾ ਹੈ। ਸੰਸਾਰ ਦੇ ਵਿੱਚ ਸਾਡਾ ਜੰਮਣ ਮਰਨ ਤੋਂ ਛੁਟਕਾਰਾ ਹੀ ਹੋ ਜਾਂਦਾ ਵਾ। ਐਸਾ ਸੰਸਾਰੀ ਰੂਪ ਕੋਈ ਵੀ ਨਹੀਂ ਹੁੰਦਾ ਭਾਈ। ਇਹ ਕੁਦਰਤ ਦਾ ਹੀ ਉਹ ਹੁਕਮ ਨਾਮ, ਉਹ ਐਸਾ ਹੀ ਰੂਪ ਹੈ। ਉਹਦੇ ਹੀ ਦਰਸ਼ਨ ਕਰਨ ਆਇਆ ਆਪਾਂ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣ ਆਏ ਜੀਓ। ਆਸਾ ਰੱਖੀ ਚਿੱਤ ਮੇ ਮੇਰਾ ਸਭ ਉਹ ਦੁੱਖ ਗਵਾਏ। ਜਦ ਤੱਕ ਅਸੀਂ ਹੁਕਮ ਦਾ ਦਰਸ਼ਨ ਨਹੀਂ ਕਰਦੇ, ਭਾਵ ਨਾਮ ਦਾ, ਸਾਰੇ ਕਹਿੰਦੇ ਨੇ ਨਾਮ ਜਪੋ, ਨਾਮ ਬਾਰੇ ਵਿਚਾਰ ਕੋਈ ਵੀ ਨਹੀਂ ਕਰਦਾ। ਉਹ ਸਾਨੂੰ ਕਿੱਥੋਂ ਪਤਾ ਲੱਗਦਾ, ਬਾਣੀ ਤੋਂ ਨਾਮ ਕੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਵਰਨ ਮੁਖ। ਸਰਵਣ ਅੰਦਰਲੇ ਕੰਨਾਂ ਨੂੰ ਕਿਹਾ ਹੋਇਆ, ਜਿਹੜੇ ਬਾਹਰ ਮਾਇਆ ਦੇ ਕੰਨ ਨੇ। ਇਹ ਕਿਹੜੇ ਸਰਵਣ ਕੰਨ ਨੇ, ਧਿਆਨ ਦੇ ਕੰਨ ਨੇ। ਜਦੋਂ ਗੁਰ ਸ਼ਬਦ 'ਚੋਂ ਗਿਆਨ ਪੈਦਾ ਹੁੰਦਾ, ਫਿਰ ਸਾਨੂੰ ਬਾਣੀ ਸਮਝ ਆਉਂਦੀ ਹੈ ਕਿ ਸਾਰਾ ਖੇਲ ਤਾਂ ਉਹਦਾ ਹੈ। ਉਹ ਨਿਰਮਲ ਹੈ, ਮਾਇਆ ਤੋਂ ਪਰੇ ਨਿਰਮਲ ਹੈ। ਮਾਇਆ ਦੇ ਵਿੱਚ ਨਿਰਮਲ ਨਹੀਂ ਹੁੰਦਾ। ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ। ਜਿਹੜੇ ਜਪਦੇ ਰਹਿੰਦੇ ਨੇ, ਸਮਝਦੇ ਰਹਿੰਦੇ ਨੇ, ਬਾਣੀ ਨਾਲ ਜੁੜੇ ਰਹਿੰਦੇ ਨੇ, ਪਵਿੱਤਰ ਹੁੰਦੇ ਹੁੰਦੇ, ਹੌਲੀ ਹੌਲੀ ਪਵਿੱਤਰ ਹੁੰਦੇ ਹੁੰਦੇ ਫਿਰ ਪੁਨੀਤ ਹੋ ਜਾਂਦੇ ਨੇ, ਮਾਇਆ ਪਾਰ ਕਰ ਜਾਂਦੇ ਨੇ। ਕਿਹਦੇ ਨਾਲ, ਗੁਰ ਸ਼ਬਦ ਨਾਲ। ਪਾਰ ਉਪਾਰ ਪ੍ਰੀਤੋਂ ਗੁਰ ਸ਼ਬਦ ਲੰਘਾਵੇ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ। ਇੱਥੇ 12ਵੀਂ ਅਸ਼ਟਪਦੀ ਪੂਰੀ ਹੋ ਗਈ। ਇਹ ਦੂਏ ਪਾਠ 'ਚ ਆਪਾਂ ਵਿਚਾਰੀ ਹੈ। ਦੋ ਹੀ ਪੱਖ ਸਤਿਗੁਰਾਂ ਨੇ ਆਪਾਂ ਨੂੰ ਸਮਝਾਏ ਨੇ। ਮਾਇਆ 'ਚੋਂ ਨਿਖੇੜ ਕੇ ਆਪਾਂ ਨੂੰ ਬਾਣੀ ਸਮਝਾ ਰਹੀ ਹੈ, ਮਾਇਆ ਆਪਾਂ ਕਿਵੇਂ ਪਾਰ ਕਰਨੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ। ਜਿਹੜੇ ਗੁਰਬਾਣੀ ਨੂੰ ਵਿਚਾਰਦੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ, ਉਹੀ ਸਿੱਖ ਨੇ ਭਾਈ। ਆਤਮਾ ਕਰਕੇ, ਸਰੀਰ ਕਰਕੇ ਤਾਂ ਅਸੀਂ ਪੂਰਨ ਸਾਰੇ ਆਪਣੇ ਆਪ ਨੂੰ ਮੰਨਦੇ ਹਾਂ, ਸਾਰੇ ਧਰਮ ਮੰਨਦੇ ਹਾਂ। ਤਾਈਓ ਤਾਂ ਸਰੀਰ ਦੀ ਗਤੀ ਕਰੀ ਜਾਂਦੇ ਹਾਂ, ਗਤੀ ਆਤਮਾ ਦੀ ਹੋਣੀ ਆ। ਇਹ ਗਲਤੀ ਨਹੀਂ ਕਰਨੀ। ਇਹ ਆਪਾਂ ਨੂੰ ਕਿਵੇਂ ਪ੍ਰਾਪਤੀ ਹੋਣੀ, ਆਪਾਂ ਪਿੱਛੇ ਵਿਚਾਰ ਕੀਤੀ। ਇਹਨੂੰ ਸੁਣਦੇ ਰਹਿਣਾ, ਵਿਚਾਰਦੇ ਰਹਿਣਾ। ਚੋਂ ਜਿਹੜਾ ਗਿਆਨ ਪੈਦਾ ਹੋਊ ਉਹਦੇ ਨਾਲ ਫਿਰ ਮਨ ਟਿਕਦਾ ਹੈ, ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।